Welcome you all in the field of advanced English. Today, Harsleen here from Seabird Educare. I'm gonna discuss the writing module with you. ਅੱਜ ਅਸੀਂ ਜਾਣਦੇ ਹਾਂ ਰਾਈਟਿੰਗ ਮੋਡਿਊਲ ਬਾਰੇ ਕਿ ਇਸ ਦੇ ਵਿੱਚ ਹੈ ਕੀ, ਕਿੰਨੀ ਇਹਦੀਆਂ ਟਾਈਪਸ ਨੇ। ਬਹੁਤ ਸਾਰੇ ਸਟੂਡੈਂਟਸ ਆ ਇਹ ਮੋਡਿਊਲ ਨੂੰ ਲੈ ਕੇ ਕਨਫਿਊਜ਼ ਰਹਿੰਦੇ ਆ ਤੇ ਜ਼ਿਆਦਾਤਰ ਔਖਾ ਵੀ ਇਸ ਨੂੰ ਮੰਨਦੇ ਆ ਕਿ ਵੀ ਇਹ ਡਿਫਿਕਲਟ ਹੈ, ਇਹਨੂੰ ਕਿਸ ਤਰੀਕੇ ਨਾਲ ਰਾਈਟ ਕਰਨਾ ਤੇ ਇਹਦੇ ਪੈਟਰਨ ਦਾ ਕੀ ਹੈ ਐਂਡ ਕਿਸ ਤਰੀਕੇ ਨਾਲ ਇਹਨੂੰ ਆਪਾਂ ਡਿਜ਼ਾਈਨ ਕਰ ਸਕਦੇ ਹਾਂ। ਆਓ ਅੱਜ ਅਸੀਂ ਜਾਣਦੇ ਹਾਂ ਪਹਿਲਾਂ ਇਸ ਦੀਆਂ ਟਾਈਪਸ ਬਾਰੇ। Let's talk about the introduction and the types first. All right, it is of two types, writing task 1 and writing task 2. Fine. Writing task 1 is all about the report writing, we can say, and we will discuss this task in the next video. Today I'm going to discuss the full-fledged description with you individuals of writing task 2. Okay, and writing let's talk about the minutes. Writing task 1 is about 20 minutes. We just need to spend the 20 minutes on the writing task 1. If we talk about the writing task 2, it is of 40 minutes. So overall writing is about 1 hour. ਪੂਰੀ ਜਿਹੜੀ ਕਿ ਰਾਈਟਿੰਗ ਹੈ ਦਾ ਮੋਡਿਊਲ ਹੈ ਉਹ 1 ਘੰਟੇ ਦਾ ਆ ਕਿ 20 ਮਿੰਟ ਅਸੀਂ ਕੀ ਦੇਣੇ ਆ ਰਾਈਟਿੰਗ ਟਾਸਕ 1 ਨੂੰ ਐਂਡ 40 ਮਿੰਟਸ ਜਿਹੜੇ ਰੈਸਟ ਆਫ ਦਾ 40 ਮਿੰਟਸ ਰਹਿ ਗਏ ਆ ਉਹ ਅਸੀਂ ਦੇਣੇ ਆ ਰਾਈਟਿੰਗ ਟਾਸਕ 2 ਨੂੰ। ਠੀਕ ਹੈ ਜੀ। ਉਸ ਤੋਂ ਅੱਗੇ ਆਪਾਂ ਜਾਣਦੇ ਹਾਂ ਇਸ ਦੀਆਂ ਟਾਈਪਸ ਦੇ ਇੰਟਰੋਡਕਸ਼ਨ ਬਾਰੇ ਔਰ ਇਹਦੀਆਂ ਟਾਈਪਸ ਦੇ ਬਾਰੇ ਔਰ ਇਹਨੂੰ ਡਿਜ਼ਾਈਨ ਕਿੱਦਾਂ ਕਰਨਾ ਹੈ ਆਪਾਂ। ਠੀਕ ਹੈ, ਦੇਖੋ ਇੰਟਰੋਡਕਟਰੀ ਪੈਰਾਗ੍ਰਾਫ ਜਦੋਂ ਆਪਾਂ ਇਸ ਚੀਜ਼ ਦੀ ਸਟਾਰਟਿੰਗ ਕਰਨੀ ਹੈ, ਫਸਟ ਆਫ ਆਲ ਆਪਾਂ ਨੂੰ ਇੱਕ ਸਟੇਟਮੈਂਟ ਦਿੱਤੀ ਹੋਏਗੀ ਕਿਸੇ ਵੀ ਟੌਪਿਕ ਨੂੰ ਲੈ ਕੇ ਜਿਹੜੀ ਕਿ ਮੈਂ ਤੁਹਾਨੂੰ ਅੱਗੇ ਸਮਝਾਵਾਂਗੀ। ਐਂਡ ਤੁਸੀਂ ਕੀ ਕਰਨਾ, ਇੰਟਰੋਡਕਸ਼ਨ ਨੂੰ ਥੋੜਾ ਜਿਹਾ ਮਤਲਬ ਉਹ ਟਾਸਕ ਦੇ ਰਿਲੇਟਡ ਐਕਸਪਲੇਨ ਕਰਕੇ ਉਸ ਤੋਂ ਬਾਅਦ ਤੁਸੀਂ ਇੱਕ ਥੀਸਿਸ ਲਾਈਨ ਦੇਣੀ ਆ। ਹੁਣ ਥੀਸਿਸ ਲਾਈਨ ਨੂੰ ਸਮਝੋ, ਥੀਸਿਸ ਲਾਈਨ ਹੁੰਦੀ ਕੀ ਹੈ। ਥੀਸਿਸ ਲਾਈਨ ਹੁੰਦੀ ਹੈ ਜਿਹੜੀ ਕਿ ਮਤਲਬ ਸਾਡੇ ਜੋ ਅਸੀਂ ਬੋਡੀ ਪੈਰਾਗ੍ਰਾਫ 1 ਬੋਡੀ ਪੈਰਾਗ੍ਰਾਫ 2 ਦੇ ਵਿੱਚ ਰਾਈਟ ਕਰਨਾ ਹੈ ਉਹਨੂੰ ਐਕਸਪਲੇਨ ਕਰਦੇ ਕਿ ਉਹਦੇ ਬਾਰੇ ਅਸੀਂ ਦੱਸਦੇ ਹਾਂ ਕਿ ਅਸੀਂ ਨੀਚੇ ਕੀ ਲਿਖਣ ਜਾ ਰਹੇ ਹਾਂ। ਫੋਰ ਐਗਜ਼ਾਮਪਲ, ਦ ਫੋਲੋਇੰਗ ਪੈਰਾਗ੍ਰਾਫਸ will ponder upon my opinion before drawing to a logical conclusion. ਠੀਕ ਹੈ ਜੀ, ਇਹ ਆਪਾਂ ਰਾਈਟ ਕਰਕੇ ਐਂਡ ਜਿਹੜੀ ਮੈਂ ਲਾਈਨ ਨੂੰ ਬੋਲਿਆ ਤੁਸੀਂ ਹਰ ਇੱਕ ਟਾਸਕ ਦੇ ਵਿੱਚ ਇਸ ਨੂੰ ਥੀਸਿਸ ਲਾਈਨ ਦੇ ਤੌਰ ਤੇ ਯੂਜ਼ ਕਰ ਸਕਦੇ ਹੋ। ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ, ਲਿਖਣਾ ਜੀ ਬੋਡੀ ਪੈਰਾਗ੍ਰਾਫ 1 ਜਿਹਨੂੰ ਕਿ ਅਸੀਂ ਬੋਲਦੇ ਹਾਂ BP1। ਇਹ ਕਿਸੇ ਵੀ ਚੀਜ਼ ਨੂੰ ਲੈ ਕੇ ਹੋ ਸਕਦਾ, ਤੁਸੀਂ ਇਹਦੇ ਵਿੱਚ ਕੌਜ਼ਸ ਦੱਸ ਸਕਦੇ ਹੋ ਜਾਂ ਜਿਸ ਤਰ੍ਹਾਂ ਦਾ ਐਸੇ ਹੈ ਉਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਡਿਜ਼ਾਈਨ ਕਰਨਾ ਹੈ। ਐਗਜ਼ਾਮਪਲ ਨਾਲ ਆਪਾਂ ਦੇਣੀ ਹੈ, ਇਹ ਡਿਪੈਂਡ ਕਰਦਾ ਹੈ ਤੁਹਾਡੇ ਪਰਸਨਲ ਐਕਸਪੀਰੀਅੰਸਿਸ ਦੇ ਉੱਤੇ। ਠੀਕ ਹੈ ਜੀ, ਜਿਵੇਂ ਬਹੁਤ ਸਾਰੀ ਟਾਸਕ ਜਦੋਂ ਤੁਸੀਂ ਉਹਨਾਂ ਦੀ ਸਟੇਟਮੈਂਟ ਨੂੰ ਪੜ੍ਹੋਗੇ ਤਾਂ ਲਿਖਿਆ ਹੁੰਦਾ ਹੈ ਕਿ ਸਮਰਾਈਜ਼ ਦ ਇਨਫੋਰਮੇਸ਼ਨ ਬਾਈ ਸਿਲੈਕਟਿੰਗ ਐਂਡ ਰਿਪੋਰਟਿੰਗ ਦ ਮੇਨ ਫੀਚਰ ਔਰ ਗਿਵ ਐਗਜ਼ਾਮਪਲ ਵੇਅਰ ਰੈਲੀਵੈਂਸੀ। ਫਾਈਨ, ਜਿੱਥੇ ਰੈਲੀਵੈਂਸੀ ਹੈ ਆਪਾਂ ਉੱਥੇ ਐਗਜ਼ਾਮਪਲ ਦੇਣੀ ਹੈ, ਕੋਈ ਮੈਂਡੇਟਰੀ ਤਾਂ ਨਹੀਂ ਆ ਕਿ ਅਸੀਂ ਐਗਜ਼ਾਮਪਲ ਦੇਣੀ ਹੀ ਦੇਣੀ ਹੈ। ਠੀਕ ਹੈ ਜੀ, ਡਿਪੈਂਡ ਕਰਦਾ। ਉਸ ਤੋਂ ਬਾਅਦ ਤੁਸੀਂ ਲਿਖਣਾ ਜੀ BP2 ਜਿਹਨੂੰ ਆਪਾਂ ਬੋਲਦੇ ਹਾਂ ਬੋਡੀ ਪੈਰਾਗ੍ਰਾਫ 2, ਜਿਹਦੇ ਵਿੱਚ ਕੀ ਆਪਾਂ ਉਹਨੂੰ ਲਿਖਦੇ ਹੋਏ ਐਗਜ਼ਾਮਪਲ ਦੇਣੀ ਹੈ ਕੁਝ ਵੀ ਬਾਈ ਯੋਰ ਓਨ ਪਰਸਨਲ ਐਕਸਪੀਰੀਅੰਸਿਸ, ਤੁਹਾਡੇ ਐਕਸਪੀਰੀਅੰਸਿਸ ਬੇਸਡ ਜਿਹੜੀ ਕਿ ਐਗਜ਼ਾਮਪਲ ਹੈ ਹੋਣੀ ਚਾਹੀਦੀ ਹੈ। ਠੀਕ ਹੈ, ਤੁਸੀਂ ਉਹਦੇ ਵਿੱਚ ਲਿਖ ਸਕਦੇ ਹੋ ਜਾਂ ਫਿਰ ਕੋਈ ਰਿਸਰਚ ਹੋਈ ਹੈ। ਠੀਕ ਹੈ, ਔਰ ਕੋਈ ਵੀ ਚੀਜ਼ਾਂ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਰਾਈਟਰ ਦੇ ਦੁਆਰਾ ਜਾਂ ਕੋਈ ਨਿਊਜ਼ਪੇਪਰ ਦੇ ਵਿੱਚ ਕੁਝ ਪਬਲੀਕੇਸ਼ਨ ਆਈ ਹੈ ਉਹਨੂੰ ਤੁਸੀਂ ਜਿਹੜਾ ਕਿ ਇੱਥੇ ਐਗਜ਼ਾਮਪਲ ਦੇ ਤੌਰ ਤੇ ਜੇਕਰ ਉਹ ਰੈਲੀਵੈਂਸੀ ਉੱਥੇ ਬਣਦੀ ਹੈ ਤਾਂ। ਓਕੇ, ਉਸ ਤੋਂ ਬਾਅਦ ਵੀ ਨੀਡ ਟੂ ਫਾਈਨਲਾਈਜ਼ ਦਾ ਕਨਕਲੂਜਨ ਐਂਡ ਗਿਵ ਯੂਰ ਓਪੀਨੀਅਨ ਇਫ ਆਸਕਡ ਸਪੈਸ਼ਲੀ। ਆਲਰਾਈਟ, ਜਦੋਂ ਅਸੀਂ ਕਨਕਲੂਜਨ ਲਿਖਣਾ ਹੈ, ਠੀਕ ਹੈ, ਬੋਡੀ ਪੈਰਾਗ੍ਰਾਫ ਦੋਨਾਂ ਨੂੰ ਡਿਜ਼ਾਈਨ ਕਰਕੇ ਅਸੀਂ ਇੱਕ ਕਨਕਲੂਜਨ ਫਾਈਨਲਾਈਜ਼ ਕਰਦੇ ਹੁੰਦੇ ਹਾਂ ਜਿਹਨੂੰ ਕਿ ਅਸੀਂ ਮੋਰਲ ਵੀ ਕਹਿ ਸਕਦੇ ਹਾਂ। ਠੀਕ ਹੈ ਜੀ, ਜਦੋਂ ਅਸੀਂ ਉਹ ਮੋਰਲ ਲਿਖਣੀ ਹੈ ਤਾਂ ਅਸੀਂ ਸਾਡੇ ਉਹ ਐਸੇ ਦੀ ਟਾਈਪ ਤੇ ਡਿਪੈਂਡ ਕਰਦਾ ਹੈ। ਠੀਕ ਹੈ, ਵੀ ਸਾਡੀ ਓਪੀਨੀਅਨ ਪੁੱਛੀ ਹੈ ਜਾਂ ਨਹੀਂ ਪੁੱਛੀ। ਠੀਕ ਹੈ ਜੀ, ਉਸ ਤਰੀਕੇ ਨਾਲ ਤੁਸੀਂ ਜਿਹੜਾ ਕੀ ਆ ਓਪੀਨੀਅਨ ਲਿਖ ਦੇਣੀ ਹੈ ਇਫ ਆਸਕਡ। ਓਕੇ, ਨੈਕਸਟ ਆਪਾਂ ਹੁਣ ਜਾਣਦੇ ਹਾਂ ਇਹਨਾਂ ਦੀਆਂ ਟਾਈਪਸ ਬਾਰੇ। ਟਾਈਪਸ ਕੀ ਨੇ, ਇਹਦੀਆਂ 5 ਤਰ੍ਹਾਂ ਦੀਆਂ ਟਾਈਪਸ ਨੇ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਬੱਚੇ ਇਸ ਮੋਡਿਊਲ ਨੂੰ ਬਹੁਤ ਜ਼ਿਆਦਾ ਔਖਾ ਮੰਨਦੇ ਆ ਐਂਡ ਬਹੁਤ ਕਨਫਿਊਜ਼ਡ ਵੀ ਰਹਿੰਦੇ ਆ। ਜੇਕਰ ਕਿਸੇ ਨਾਰਮਲ ਬੱਚੇ ਦੀ ਗੱਲ ਕਰੀਏ ਤਾਂ ਉਹ ਦੱਸਦਾ ਹੈ ਕਿ ਬਈ ਇਸ ਦੇ ਵਿੱਚ 8 ਟਾਈਪਸ ਐਸੇ ਹੈ, 7 ਟਾਈਪਸ ਹੈ ਐਦਾਂ। ਤਾਂ ਐਦਾਂ ਦਾ ਕੁਝ ਗੱਲ ਨਹੀਂ ਹੈ। ਠੀਕ ਹੈ, ਐਸੇ ਨੇ ਜਿਹੜੇ ਉਹ ਪੈਕਡ ਨੇ। ਠੀਕ ਹੈ ਜੀ, ਤੇ 5 ਤਰ੍ਹਾਂ ਦੇ ਐਸੇ ਹੀ ਹੁੰਦੇ ਆ। ਇਹਨਾਂ ਦੇ ਹੀ ਤੁਸੀਂ ਕੀ ਹੈ
ਇਹਨਾਂ ਦੀਆਂ ਫॉर एग्जांपल ਜੇਕਰ ਆਪਾਂ ਆਪਣੀ ਪ੍ਰੈਪਰੇਸ਼ਨ ਦੀ ਗੱਲ ਕਰੀਏ ਜੋ ਤੁਸੀਂ ਸਾਡੇ ਨਾਲ ਫਰਦਰ ਕਰਨਾ ਹੈ ਪ੍ਰੈਪਰੇਸ਼ਨਸ ਤੁਹਾਨੂੰ ਅੱਗੇ ਦੇ ਅੱਗੇ ਲੈਕਚਰਸ ਦੇ ਵਿੱਚ ਜਿਹੜਾ ਕਿ ਉਹ ਚੀਜ਼ਾਂ ਨੂੰ ਅਸੀਂ ਡਿਲੀਵਰ ਕਰਦੇ ਜਾਵਾਂਗੇ ਸਾਈਡ ਬਾय ਸਾਈਡ ਫॉर एग्जांपल ਜੇਕਰ 10 ਐਸੇ ਠੀਕ ਹੈ ਮੈਂ ਤੁਹਾਨੂੰ ਇਹਦੀ ਐਕਸਪਲੇਨੇਸ਼ਨ ਦੇ ਦਾਂ ਐਂਡ 10 10 10 ਆਪਾਂ ਸਾਰਿਆਂ ਦੇ ਕਰ ਲਈਏ ਨਾ ਐਂਡ ਸਾਡੀ ਰਾਈਟਿੰਗ ਬਿਲਕੁਲ ਓਕੇ ਹੋ ਜੂਗੀ ਅਸੀਂ ਕੀ ਆ ਪੇਪਰ ਦੇਣ ਦੇ ਲਈ ਜਿਹੜੇ ਕਿ ਪ੍ਰਿਪੇਅਰ ਹੋ ਜਾਾਂਗੇ ਦੇਖੋ ਹੁਣ ਸਮਝੋ ਇਹ ਹੈ ਕੀ ਪਹਿਲਾ ਐਸੇ ਹੈਗਾ ਜੀ ਡਿਸਕਰਸਿਵ ਐਸੇ second one is the argumentative third essay is the two question type essay and fourth one is the most favorite essay of each and every student which we call the problem solution essay and afterwards agree disagree or the advantages disadvantages we can see. Now I am going to discuss the very first type of this particular essay. This we call the discursive essay. Next. Okay. The statement for this particular essay is the death penalty is the best way to control and reduce the crime. To what extent do you agree or disagree with this statement? All right. ਇਹਦੇ ਵਿੱਚ ਕੀ ਹੋਏਗਾ ਜਿਵੇਂ ਇਸ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ ਜਿਹੜਾ ਡੈਥ ਪੈਨਲਟੀ ਹੈ what is the meaning of that particular word? This is the base of the essay. ਇਹੀ ਤੁਹਾਡੇ ਐਸੇ ਦਾ ਬੇਸ ਹੈ ਜਿਨ੍ਹਾਂ ਨੂੰ ਡੈਥ ਪੈਨਲਟੀ ਦਾ ਮੀਨਿੰਗ ਜਿਹੜਾ ਕਿ ਪਤਾ ਹੋਏਗਾ ਉਹੀ ਇਹਨੂੰ ਪ੍ਰੋਪਰ ਰਾਈਟ ਕਰ ਸਕਣਗੇ ਜਿਵੇਂ ਕਿ ਸਾਨੂੰ ਛੋਟੇ ਛੋਟੇ ਜਿਹੜੀਆਂ ਟਰਮਸ ਆ ਉਹ ਪਤਾ ਹੋਣੀਆਂ ਚਾਹੀਦੀਆਂ ਰਾਈਟ what is the meaning of this particular word? Capital punishment. This we call the capital punishment and the sentence to death. Death penalty ਦਾ ਮਤਲਬ ਹੈ ਜੀ ਸਜ਼ਾਏ ਮੌਤ ਕਿ ਸਜ਼ਾਏ ਮੌਤ ਦੇਣਾ ਔਰ ਮਾਰ ਦੇਣਾ ਹੀ ਬੈਸਟ ਵੇ ਆ ਕ੍ਰਾਈਮ ਨੂੰ ਰਿਡਿਊਸ ਕਰਨ ਦਾ ਤੁਸੀਂ ਇਸ ਗੱਲ ਦੇ ਨਾਲ ਕਿਸ ਹੱਦ ਤੱਕ ਟੂ ਵੋਟ ਐਕਸਟੈਂਟ ਐਗਰੀ ਕਰਦੇ ਹੋ ਠੀਕ ਹੈ ਜੀ ਹੁਣ ਇਸ ਦੇ ਵਿੱਚ ਸਟੂਡੈਂਟਸ ਜ਼ਿਆਦਾਤਰ ਕਨਫਿਊਜ਼ ਰਹਿੰਦੇ ਆ ਇਹਦੇ ਵਿੱਚ ਮੈਂ ਤੁਹਾਨੂੰ ਇਹ ਤਾਂ ਨਹੀਂ ਕਹਤਾ ਕਿ ਤੁਸੀਂ ਐਗਰੀ ਹੋ ਜਾਓ ਤੁਸੀਂ ਇਸ ਚੀਜ਼ ਨੂੰ ਲੈ ਕੇ ਐਗਰੀ ਕਰ ਜਾਓ ਫਾਈਨ ਪਰ ਇਹ ਹੁਣ ਤੁਹਾਡੀ ਆਪਣੀ ਪਰਸਨਲ ਪਰਸਪੈਕਟਿਵ ਤੇ ਡਿਪੈਂਡ ਕਰਦਾ ਹੈ ਤੁਸੀਂ ਇਸ ਐਸੇ ਨੂੰ ਕਿਸ ਤਰ੍ਹਾਂ ਇਹਦੀ ਜਿਹੜੀ ਕਿ ਡਿਜ਼ਾਈਨਿੰਗ ਕਰਨੀ ਠੀਕ ਹੈ ਜੀ ਇਫ ਯੂ ਹੈਵ ਦ 250 ਵਰਡਸ ਫॉर द आई मीन ਤੁਸੀਂ ਇਹ ਚੀਜ਼ ਨੂੰ ਲੈ ਕੇ ਐਗਰੀ ਕਰਦੇ ਹੋ ਫॉर द एग्री पॉइंट्स ठीक है you need to go with the agree points if you don't then you go with the 70-30 strategy okay 70% एग्री कर जाओ एंड 30% कुछ इदां दे सर्कमस्टांसिस एक्सप्लेन करो उन्हां लोकां दे ਜਿਹੜੇ ਕਿ ਕਿਸੇ कह लो भी पार्टिकुलर कंडीशंस ਦੇ ਅੰਡਰ ਆ ਕੇ ਜਿਹੜੇ ਕਿ ਕ੍ਰਾਈਮਸ ਨੂੰ ਕਮਿਟ ਕਰਦੇ ਆ ਠੀਕ ਹੈ ਜੀ ਐਂਡ ਅਸੀਂ ਇਹ ਚੀਜ਼ਾਂ ਬਾਰੇ ਤੁਹਾਨੂੰ ਡਿਸਕ੍ਰਿਪਸ਼ਨ ਦਿੰਦੇ ਰਵਾਂਗੇ ਫੁੱਲ ਫਲੈਜ ਆਪਣੀਆਂ ਫਰਦਰ ਵੀਡੀਓਜ਼ ਦੇ ਵਿੱਚ ਐਂਡ ਲੈਟਸ ਵੀ ਹੈਵ ਟੂ ਟਾਕ ਅਬਾਊਟ ਦ ਸੈਕੰਡ ਟਾਈਪ ਆਫ ਐਸੇ ਵਿਚ ਵੀ ਕਾਲ ਦ ਆਰਗੂਮੈਂਟੇਟਿਵ ਐਸੇ what is the meaning of that word argumentative ਇਹ ਆਪਣੇ ਆਪ ਦੇ ਵਿੱਚ ਹੀ ਇੱਕ ਤਰ੍ਹਾਂ ਦੀ ਐਕਸਪਲੇਨੇਸ਼ਨ ਦੇ ਰਿਹਾ कि argue within the two individuals two sections of the society दो section ने जी society दे ठीक है की कहते some people say that space exploration is the wastage of money and time as well and others say that it is mandatory to explore the universe which we live ठीक है जी कुछ लोगों का ये मानना है कि बई ਜਿਹੜਾ ਕਿ स्पेस ਦੇ ਵਿੱਚ ਪੈਸੇ ਲਾ ਕੇ ਜਦੋਂ ਅਸੀਂ ਜਾਂਦੇ ਆ just wastage of money ਆ ਹਨਾ ਐਂਡ ਕੁਝ ਲੋਕ ਕਹਿੰਦੇ ਕਿ ਵੀ ਨਹੀਂ ਉਹ ਚੀਜ਼ਾਂ ਨੂੰ ਐਕਸਪਲੋਰ ਕਰਨਾ ਬਹੁਤ ਜ਼ਿਆਦਾ ਸਾਡੇ ਦੇ ਲਈ ਜ਼ਰੂਰੀ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਠੀਕ ਹੈ ਜੀ ਹੁਣ ਇਹਦੇ ਵਿੱਚ ਕੀ ਹੈ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਪੀਨੀਅਨ ਇਹਦੇ ਵਿੱਚ ਕੀ ਹੈ ਦੋਨੋਂ ਵਿਊਜ਼ ਨੂੰ ਤੁਸੀਂ ਡਿਸਕਸ ਕਰਨਾ ਸਮ ਸੈਕਸ਼ਨ ਆਫ ਦ ਸੋਸਾਇਟੀ ਸੇਜ਼ ਦੈਟ ਐਂਡ ਅਦਰ ਸੈਕਸ਼ਨ ਆਫ ਦ ਸੋਸਾਇਟੀ ਆਲਸੋ ਸੇਜ਼ ਦੈਟ ਠੀਕ ਹੈ ਕਰਕੇ ਸੌਰੀ ਥੀਸਿਸ ਲਾਈਨ ਲਿਖ ਕੇ ਦੋਨਾਂ ਵਿਊ ਪੁਆਇੰਟਸ ਨੂੰ ਜਿਹੜਾ ਕਿ ਐਕਸਪਲੇਨ ਕਰਕੇ ਇੰਟਰੋਡਕਸ਼ਨ ਦੇ ਵਿੱਚ ਐਂਡ ਆਫਟਰਵਰਡਸ ਤੁਸੀਂ ਬੋਡੀ ਪੈਰਾਗ੍ਰਾਫ 1 2 ਐਂਡ ਕਨਕਲੂਜਨ ਦੇ ਨਾਲ ਤੁਸੀਂ ਜਿਹੜੀ ਕਿ ਆਪਣੀ ਓਪੀਨੀਅਨ ਦੇਣੀ ਹੈ ਐਂਡ ਓਪੀਨੀਅਨ ਤੁਹਾਨੂੰ ਯਾਦ ਰਵੇ ਓਪੀਨੀਅਨ ਹਰ ਇੱਕ ਐਸੇ ਦੇ ਵਿੱਚ ਨਹੀਂ ਦੇਣੀ ਸਟੂਡੈਂਟਸ ਕੀ ਕਰਦੇ ਆ ਹਰ ਇੱਕ ਐਸੇ ਦੇ ਵਿੱਚ ਆਪਣੀ ਓਪੀਨੀਅਨ ਰਾਈਟ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੀ ਕਿ ਬਿਲਕੁਲ ਗਲਤ ਹੈ if they ask your opinion then you need to write otherwise there is no need to write your opinion in each and every essay this we call the band deduction ਇਹਦੇ ਨਾਲ ਕੀ ਆ ਤੁਹਾਡੇ ਜਿਹੜੇ ਕਿ ਬੈਂਡ ਉਹ ਡਿਡਕਟ ਹੁੰਦੇ ਜੋ ਪੁੱਛਿਆ ਜਸਟ ਆਪਾਂ ਉਹਦੇ ਬਾਰੇ ਡਿਸਕਸ ਕਰਨਾ ਹੈ ਬਹੁਤ ਧਿਆਨ ਨਾਲ ਸਟੇਟਮੈਂਟ ਨੂੰ ਪੜ੍ਹਨਾ ਹੈ and afterwards I'm going to discuss the third type of essay which we call the two question type essay means two questions ਨੇ ਜਿਹੜੇ ਉਹ ਆਸਕ ਕੀਤੇ ਗਏ ਆ ਇਹ ਵਾਲੇ ਐਸੇ ਦੇ ਵਿੱਚ ਦੇਖੋ 1 2 ਪਹਿਲੇ ਆਪਾਂ ਕੀ ਕਰਨਾ ਇਹਦਾ ਸੈਂਟੈਂਸ ਜਿਹੜਾ ਕਿ ਇਹ ਸਟੇਟਮੈਂਟ ਆ ਉਹਨੂੰ ਜਿਹੜਾ ਕਿ ਪ੍ਰੋਪਰ ਸਮਝਣਾ many management interviews are not based around merely only assess the person's level of experience
they also check their personality as well. Alright, and ਕਹਿੰਦੇ ਜਿਹੜੇ ਬਹੁਤ ਸਾਰੀਆਂ ਮੈਨੇਜਮੈਂਟ ਇੰਟਰਵਿਊਜ਼ ਹੈ ਉਹ ਕੱਲੀਆਂ ਇਸ ਚੀਜ਼ ਦੇ ਉੱਤੇ ਬੇਸਡ ਨਹੀਂ ਆ ਕਿ ਵੀ ਉਹ ਸਿਰਫ ਪਰਸਨ ਦਾ ਜਿਹੜਾ ਕੀ ਆ ਨੌਲੇਜ ਔਰ ਐਕਸਪੀਰੀਅੰਸ ਹੀ ਦੇਖਦੇ ਆ, ਠੀਕ ਹੈ ਜੀ। ਉਹ ਕੀ ਕਰਦੇ ਸਾਈਡ ਬਾय ਸਾਈਡ ਪਰਸਨ ਦੀ ਪਰਸਨੈਲਿਟੀ ਵੀ ਚੈੱਕ ਕਰਦੇ ਆ, ਠੀਕ ਹੈ। ਐਂਡ ਕੁਐਸਚਨਸ ਇਸ ਦੇ ਵਿੱਚ ਕੀ ਪੁੱਛੇ ਗਏ ਆ ਕਿ ਜਿਹੜੀ ਲੀਡਰਸ਼ਿਪ ਹੈ ਇਸ ਲਾ ਕੇ ਆਪਾਂ ਕੁਐਸਚਨ ਪੁੱਟ ਕਰਦੇ ਆ, ਫਾਈਨ, ਐਂਡ ਵਾਟ ਲਾ ਕੇ ਆਪਾਂ ਕੁਐਸਚਨ ਪੁੱਟ ਕਰਦੇ ਆ। If leadership is an innate skill, what is the meaning of that particular word innate? Innate qualities are the qualities that are already present in a person by birth. Innate qualities ਉਹ qualities ਹੁੰਦੀਆਂ ਨੇ ਜਿਹੜੇ ਕਿ ਹਰ ਇੱਕ ਬੰਦੇ ਦੇ ਵਿੱਚ present ਹੁੰਦੀ ਆ by birth ਤੋਂ। ਜਿਵੇਂ innate marks ਹੁੰਦੇ ਆਪਾਂ ਕਹਿੰਦੇ ਨੇ ਕਿ mark ਹੈ ਜੀ ਮੇਰੇ birth mark ਹੈ ਵੀ ਮਤਲਬ ਜਨਮ ਤੋਂ ਹੀ ਇਹ ਚੀਜ਼ ਆਪਣੇ ਹੈ, ਉਹਨੂੰ ਆਪਾਂ ਕਹਿੰਦੇ ਆ ਜੀ innate, ਠੀਕ ਹੈ। ਉਹਦੇ ਲਈ ਆਪਾਂ ਵਰਡ ਯੂਜ਼ ਕੀਤਾ innate। ਕਈ ਲੋਕਾਂ ਦੇ ਵਿੱਚ ਲੀਡਰਸ਼ਿਪ ਜਿਹੜੀਆਂ ਕੀ ਆ innate ਸਕਿੱਲ ਹੀ ਹੈ, ਠੀਕ ਹੈ। ਉਹਨਾਂ ਨੇ ਆਪਾਂ ਨੂੰ ਪੁੱਛਿਆ, ਕੁਐਸਚਨ ਪਾਇਆ, ਦੇਖੋ ਆਪਾਂ ਕੀ ਕਰਨਾ ਹੈ, ਆਪਾਂ ਇੰਟਰੋਡਕਸ਼ਨ ਨੂੰ ਪੈਰਾਫਰੇਜ਼ ਕੀਤਾ, ਉਸ ਤੋਂ ਬਾਅਦ ਆਪਾਂ ਥੀਸਿਸ ਲਾਈਨ ਦਿੱਤੀ, ਠੀਕ ਹੈ। ਆਪਣਾ ਫਸਟ ਪੈਰਾਗ੍ਰਾਫ ਹੋ ਗਿਆ ਇੰਟਰੋਡਕਸ਼ਨ ਦਾ, ਆਫਟਰਵਰਡਸ ਇਹਦਾ ਬਣਨਾ ਜੀ ਤੁਹਾਡਾ BP1 ਤੇ ਇਹਦਾ ਬਣੂਗਾ ਤੁਹਾਡਾ BP2। ਓਕੇ, ਦੇਖੋ ਉਹ ਕਹਿੰਦੇ what other characteristics do a company look to hire a person as a manager? ਹੋਰ ਕਿਹੜੀਆਂ ਵਿਸ਼ੇਸ਼ਤਾਵਾਂ ਹਨ ਜਿਹੜੀਆਂ ਕਿ ਇੱਕ ਕੰਪਨੀ ਦੇਖਦੀ ਹੈ ਇੱਕ ਬੰਦੇ ਦੇ ਵਿੱਚ, ਉਹਨੂੰ ਇੱਕ ਕੰਪਨੀ ਦੇ ਵਿੱਚ ਇੱਕ ਮੈਨੇਜਰ ਹਾਇਰ ਕਰਨ ਦੇ ਲਈ, ਠੀਕ ਹੈ ਜੀ। ਇਹਦੇ ਨਾਲ ਕੀ ਹੈ ਤੁਹਾਡਾ ਜਿਹੜਾ BP1 BP2 ਕੰਪਲੀਟ ਹੁੰਦਾ, ਇਹਦੇ ਵਿੱਚ ਤੁਹਾਡੀ ਓਪੀਨੀਅਨ ਜਿਹੜੀ ਕੀ ਹੈ ਨਹੀਂ ਮੰਗੀ ਤਾਂ ਤੁਸੀਂ ਨਹੀਂ ਦੇਣੀ। ਐਂਡ ਲਿਸਨ ਵਨ ਥਿੰਗ ਮੋਰ ਕੇਅਰਫੁਲੀ, ਹੋਲ ਐਸੇ ਇਜ਼ ਆਲ ਅਬਾਊਟ ਯੂਰ ਓਪੀਨੀਅਨ। ਉਹ ਤੁਹਾਡਾ ਹੀ ਓਪੀਨੀਅਨ ਹੈ ਪੂਰਾ ਐਸੇ, ਤੁਸੀਂ ਕਿਸੇ ਨਾਲ ਡਿਸਕਸ ਕਰਕੇ ਨਹੀਂ ਲਿਖ ਰਹੇ ਨਾ, ਉਹ ਤੁਹਾਡਾ ਹੀ ਓਪੀਨੀਅਨ ਹੈ। Okay, let's talk about the next type, which we call the fourth one is problem solution essay. Okay, this is the most favorite essay of the students, and ज़्यादातर गलतियां यही essay ਦੇ ਵਿੱਚ ਹੋਣ ਦੇ chances। the reason behind ਇਹਦੇ ਵਿੱਚ ਤੁਹਾਡੀ opinion ਨਹੀਂ ਮੰਗੀ and students really अपनी opinion ਇਸ ਦੇ ਵਿੱਚ ਦਿੰਦੇ ਆ, ਠੀਕ ਹੈ ਜੀ। ਇਹਦੀ statement ਨੂੰ understand ਕਰੋ। Many of the healthcare professionals claim that youngsters are suffering from many health ailments due to the consumption of fast food today. What are the causes and the solutions of this disturbing trend? ਕਹਿੰਦੇ ਬਹੁਤ ਸਾਰੇ ਜਿਹੜੇ ਕੀ ਆ ਡਾਕਟਰਸ ਮੀਨਸ ਹੈਲਥ ਕੇਅਰ ਪ੍ਰੋਫੈਸ਼ਨਲਸ ਆ ਜਿਹੜੇ ਕੀ ਆ ਉਹ ਅੱਜ ਕੱਲ੍ਹ ਕਲੇਮ ਕਰਦੇ ਆ ਕਿ ਬਈ ਜ਼ਿਆਦਾਤਰ ਜਿਹੜੇ ਕਿ ਯੰਗਸਟਰਸ ਹੈ ਉਹ ਬਹੁਤ ਜਿਹੜੇ ਕੀ ਆ ਡੇਂਜਰਸ ਬਿਮਾਰੀਆਂ ਦੇ ਨਾਲ ਜੂਝ ਰਹੇ ਆ। ਤਾਂ ਉਹਦਾ ਕਾਰਨ ਕੀ ਹੈ ਕਿ ਉਹ ਫਾਸਟ ਫੂਡ, ਓਵਰ ਕੰਜ਼ੰਪਸ਼ਨ ਆਫ ਫਾਸਟ ਫੂਡ ਵੀ ਕੈਨ ਸੇ, ਅਸੀਂ ਕਹਿ ਸਕਦੇ ਹਾਂ ਕਿ ਫਾਸਟ ਫੂਡ ਜ਼ਿਆਦਾ ਕੰਜ਼ਿਊਮ ਕਰਦੇ ਆ ਐਜ਼ ਕੰਪੇਅਰ ਟੂ ਦਾ ਹੋਮਮੇਡ ਫੂਡ। ਐਂਡ ਵਾਟ ਇਜ਼ ਦ ਮੀਨਿੰਗ ਆਫ ਦੈਟ ਵਰਡ? ਹੈਲਥ ਕੇਅਰ ਪ੍ਰੋਫੈਸ਼ਨਲਸ ਵੀ ਕਾਲ ਦ ਡਾਕਟਰਸ ਐਂਡ ਐਲਮੈਂਟਸ ਆਰ ਦ ਡਿਜ਼ੀਜ਼ਸ ਨੂੰ ਆਪਾਂ ਬੋਲਦੇ ਹਾਂ ਐਲਮੈਂਟਸ, ਠੀਕ ਹੈ ਜੀ। ਜ਼ਰੂਰੀ ਨਹੀਂ ਜਿਹੜੇ ਕਿ ਆਪਾਂ ਸੈਨੋਨਿਮਸ ਉਹ ਤੁਸੀਂ ਰਾਈਟਿੰਗ ਟਾਸਕ ਦੇ ਵਿੱਚ ਯੂਜ਼ ਕਰਨੇ ਆ, ਤੁਹਾਨੂੰ ਸਟੇਟਮੈਂਟ ਦੇ ਵਿੱਚ ਵੀ ਸੈਨੋਨਿਮ ਲਿਖ ਕੇ ਆ ਸਕਦੇ ਆ, ਸੋ ਬੀ ਕੇਅਰਫੁਲ। ਓਕੇ, ਐਂਡ ਐਲਮੈਂਟਸ ਹੁੰਦੇ ਆ ਜੀ ਡਿਜ਼ੀਜ਼ਸ ਐਂਡ ਇਹਨੂੰ ਆਪਾਂ ਕਹਿੰਦੇ ਆ ਹੋਰ ਮਾਲਾਡੀਜ਼। ਓਕੇ, ਠੀਕ ਹੈ ਜੀ। ਇਹਦੇ ਆਪਾਂ ਓਬਵੀਅਸ ਜੀ ਗੱਲ ਹੈ ਤੁਹਾਨੂੰ ਪਤਾ ਕਿ ਪ੍ਰੋਬਲਮਸ, ਇੱਕ ਪ੍ਰੋਬਲਮ ਡਿਸਕ੍ਰਾਈਬ ਕੀਤੀ ਹੈ, ਉਹਦੇ ਤੁਸੀਂ ਰੀਜ਼ਨਸ ਐਕਸਪਲੇਨ ਕਰਨੇ ਕਿ ਕਿਉਂ ਇਹ ਚੀਜ਼ ਹੁੰਦੀ ਹੈ ਜੀ, ਠੀਕ ਹੈ। ਐਂਡ ਇਹਦੇ ਸੋਲਿਊਸ਼ਨਸ, ਆਪਾਂ ਇਹ ਚੀਜ਼ ਨੂੰ ਕਿੱਦਾਂ ਮਿਟੀਗੇਟ ਕਰ ਸਕਦੇ ਹਾਂ, ਕਿੱਦਾਂ ਇਹ ਚੀਜ਼ ਨੂੰ ਆਪਾਂ ਕਰਬ ਕਰ ਸਕਦੇ ਹਾਂ, ਹਾਊ ਵੀ ਗਿਵ ਦ ਰੈਮੀਡੀਅਲ ਮੈਜਰਸ। ਓਕੇ ਜੀ, ਠੀਕ ਹੈ। ਕੁਛ ਨਹੀਂ ਕਰਨਾ ਇਸ ਦੇ ਵਿੱਚ, ਆਪਾਂ ਆਪਣੀ ਓਪੀਨੀਅਨ ਬਿਲਕੁਲ ਵੀ ਨਹੀਂ ਦੇਣੀ, ਠੀਕ ਹੈ। ਜਸਟ ਤੁਸੀਂ ਇਹ ਚੀਜ਼ ਨੂੰ ਜਿਹੜਾ ਕਿ ਆ ਡਿਸਕਸ ਕਰ ਦੇਣਾ, BP1 ਦੇ ਵਿੱਚ ਰੀਜ਼ਨਸ, BP2 ਦੇ ਵਿੱਚ ਸੋਲਿਊਸ਼ਨਸ, ਐਂਡ ਆਫਟਰਵਰਡਸ ਯੂ ਨੀਡ ਟੂ finalize the conclusion. Let's talk about the next type, which we call the advantage or the disadvantage. ਇਹਦੀ ਸਟੇਟਮੈਂਟ ਦੀ ਜੇਕਰ ਆਪਾਂ ਗੱਲ ਕਰੀਏ, many people go abroad for the higher studies. Do the advantages outweigh the disadvantages? ਹੁਣ ਜਿਹੜਾ ਇਹ ਵਰਡ outweigh ਲੱਗਿਆ ਹੋਇਆ, ਇਹਦੇ ਮੀਨਿੰਗ ਨੂੰ ਅੰਡਰਸਟੈਂਡ ਕਰੋ ਕਿ ਤੁਸੀਂ ਇਹ ਚੀਜ਼ ਨੂੰ ਲਿਖਣਾ ਕਿਵੇਂ ਆ। ਫੋਰ ਐਗਜ਼ਾਮਪਲ ਕਿ ਇਹਦੇ ਵਿੱਚ ਪੁੱਛਿਆ ਗਿਆ ਕਿ ਬਹੁਤ ਸਾਰੇ ਜਿਹੜੇ ਕਿ ਬੱਚੇ ਆ ਅੱਜ ਕੱਲ ਲੋਕ ਆ, ਇੰਡੀਵਿਜੂਅਲਸ ਆ, ਲਰਨਰਸ ਕਹਿ ਸਕਦੇ ਆਪਾਂ, ਹਨਾ, ਹਾਇਰ ਸਟੱਡੀਜ਼ ਦੇ ਲਈ ਅਬਰੋਡ ਮੂਵ ਕਰ ਜਾਂਦੇ ਆ, ਠੀਕ ਹੈ ਜੀ, ਮਾਈਗ੍ਰੇਟ ਹੋ ਜਾਂਦੇ ਆ ਫਰਦਰ ਸਟੱਡੀਜ਼ ਦੇ ਲਈ। ਕਹਿੰਦੇ ਕਿ ਜਿਹੜੀਆਂ ਇਹਦੀਆਂ ਐਡਵਾਂਟੇਜਸ ਨੇ ਉਹ ਡਿਸਐਡਵਾਂਟੇਜਸ ਨਾਲੋਂ ਜ਼ਿਆਦਾ ਨੇ, ਡੈਫੀਨੇਟਲੀ ਜ਼ਿਆਦਾ ਨੇ। ਡਿਪੈਂਡ ਕਰਦਾ ਤੁਹਾਡੀ ਸਟੇਟਮੈਂਟ ਕੀ। ਓਬਵੀਅਸ ਜੀ ਗੱਲ ਹੈ ਕਿ ਆਪਾਂ ਨੂੰ ਪਤਾ ਅੱਜ ਕੱਲ ਹਰ ਕੋਈ ਬੰਦਾ ਵਿਦੇਸ਼ ਜਾ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦਾ, ਫਰਦਰ ਸਟੱਡੀਜ਼ ਜਿਹੜੀ ਕੀ ਕਰਨਾ ਚਾਹੁੰਦਾ,
ਡੈਫੀਨੇਟਲੀ ਇਹਦੀ ਜਿਹੜੀ ਐਡਵਾਂਟੇजेस ਨੇ ਉਹ ਜ਼ਿਆਦਾ ਨੇ ਡਿਸਐਡਵਾਂਟੇजेस ਦੇ ਨਾਲੋਂ। ਠੀਕ ਹੈ ਜੀ, ਹੁਣ ਇਹਦੇ ਵਿੱਚ ਤੁਹਾਡੀ ਓਪੀਨੀਅਨ ਪੁੱਛੀ ਗਈ ਹੈ ਨਹੀਂ। ਸਟੂਡੈਂਟਸ ਕੀ ਕਰਦੇ ਆ ਇਹ ਚੀਜ਼ਾਂ ਨੂੰ, ਜਿੱਦਾਂ ਹੁਣ ਇਦਾਂ ਦਾ ਟੌਪਿਕ ਅੱਜ ਕੱਲ੍ਹ ਇਹ ਕਹਿ ਲਓ ਕਰੰਟ ਟੌਪਿਕਸ ਨੇ ਆਪਣੀ ਸੁਸਾਇਟੀ ਦੇ, ਜ਼ਿਆਦਾਤਰ ਲੋਕ ਅਬਰੋਡ ਜਾਣਾ ਪਸੰਦ ਕਰਦੇ ਆ। ਠੀਕ ਹੈ ਜੀ, ਐਂਡ ਸਟੂਡੈਂਟਸ ਇਹਨੂੰ ਆਪਣੇ ਪਰਸਨਲ ਪਰਸਪੈਕਟਿਵ ਦੇ ਤੌਰ ਤੇ ਦੇਖਦੇ ਆ। ਐਂਡ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਨਾਂ ਨੇ ਜਿਹੜੇ ਕਿ ਐਸੇ ਆ ਡਿਜ਼ਾਈਨ ਹੀ ਇਸ ਤਰੀਕੇ ਨਾਲ ਕੀਤੇ ਗਏ ਹੁੰਦੇ ਆ ਕਿ ਵੀ ਜਿੱਥੇ ਤੁਸੀਂ ਆਪਣੀ ਓਪੀਨੀਅਨ ਦੇਣੀ ਹੈ ਉੱਥੇ ਤਾਂ ਤੁਸੀਂ ਨਹੀਂ ਲਿਖ ਸਕਦੇ, ਤੁਹਾਨੂੰ ਪ੍ਰੋਬਲਮ ਆਉਂਦੀ ਆ ਵਿਦਨ ਅ ਗਿਵਨ ਟਾਈਮ ਪੀਰੀਅਡ ਦੇ ਵਿੱਚ ਸੋਚਣ ਦੇ ਲਈ। ਐਂਡ ਜਿੱਥੇ ਤੁਸੀਂ ਓਪੀਨੀਅਨ ਨਹੀਂ ਦੇਣੀ ਉੱਥੇ ਤੁਹਾਨੂੰ ਲੱਗੀ ਜਾਂਦਾ ਕਿ ਹਾਂ ਮੈਂ ਇਸ ਦੇ ਬਾਰੇ 'ਚ ਕੁਝ ਲਿਖ ਦੇਵਾਂ। ਜਿਵੇਂ ਹੁਣ ਆਹ ਵਾਲਾ ਐਸੇ ਆ, ਠੀਕ ਹੈ, ਵੈਰੀ ਈਜ਼ੀ ਐਸੇ, ਪਰ ਸਟੂਡੈਂਟਸ ਜੰਪ ਕਰਕੇ ਇਹਨੂੰ ਗਲਤ ਕਰਨਗੇ ਡੈਫੀਨੇਟਲੀ। ਜ਼ਿਆਦਾਤਰ ਜਿਹੜੇ ਕਿ ਚਾਂਸਸ ਆ ਉਹ ਸੌਖੇ ਐਸਿਆਂ ਦੇ ਵਿੱਚ ਹੀ ਗਲਤੀ ਹੋਣ ਦੇ ਹੁੰਦੇ ਆ। ਠੀਕ ਹੈ, ਹੁਣ ਇਹਦੇ ਵਿੱਚ ਓਪੀਨੀਅਨ ਦੇਣਗੇ, ਇਹ ਐਸੇ ਨੂੰ ਪਰਸਨਲ ਪਰਸਪੈਕਟਿਵ ਤੋਂ ਦੇਖਣਗੇ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇਕਰ ਆਪਾਂ ਜਰਨਲ ਗੱਲ ਕਰੀਏ, ਕੋਈ ਇੱਕ ਵੀ ਐਸੇ ਹੁਣ ਤੱਕ ਮੈਨੂੰ ਆਏ ਵੀ ਨੂੰ ਲਿਖ ਕੇ ਦਿਖਾ ਦਿਓ। ਥੀਸ ਆਰ ਦਾ ਪਰਸਨਲ ਪ੍ਰੋਨਾਉਂਸ ਨਾ, ਵੀ ਕੈਨ ਸੇ, ਅਸੀਂ ਇਹਨਾਂ ਨੂੰ ਪਰਸਨਲ ਪ੍ਰੋਨਾਉਂਸ ਕਹਿੰਦੇ ਆ। ਤਾਂ ਕੋਈ ਵੀ ਐਸੇ ਇੰਡੀਵਿਜੂਅਲਸ ਨੂੰ ਲੈ ਕੇ ਆਊਗਾ। ਮੈਨੀ ਪੀਪਲ ਸੇ ਦੈਟ, ਸਮ ਪੀਪਲ ਸੇ ਦੈਟ, ਫਿਊਅਰ ਇੰਡੀਵਿਜੂਅਲਸ ਕਨਫਰਸ ਦੈਟ। ਠੀਕ ਹੈ, ਆ ਦੇਖੋ ਜਿਹੜਾ ਕੁਝ ਵੀ ਲਿਖਿਆ ਇਹਦੇ ਵਿੱਚ, ਠੀਕ ਹੈ, ਲੋਕਾਂ ਨੂੰ ਲੈ ਕੇ, ਜ਼ਿਆਦਾਤਰ ਲੋਕਾਂ ਨੂੰ ਲੈ ਕੇ, ਮੈਜੋਰਿਟੀ ਆਫ ਪੀਪਲ ਸੇਜ਼ ਦੈਟ, ਕਲੇਮਸ ਦੈਟ, ਹੈਲਥ ਪ੍ਰੋਫੈਸ਼ਨਲਸ ਕਲੇਮਸ ਦੈਟ, ਨਰਸਿਸ ਸੇਜ਼ ਦੈਟ। ਠੀਕ ਹੈ, ਕੋਈ ਇਦਾਂ ਤਾਂ ਨਹੀਂ ਵੀ ਇੱਕ ਨਰਸ ਪਾਰਟਿਕੂਲਰ ਕੀ ਕਿਸੇ ਦਾ ਨਾਮ ਹੈ ਉਹ ਇਹ ਗੱਲ ਕਹਿੰਦੀ ਹੈ, ਨਹੀਂ ਨਾ। ਸੋ ਕੀ ਕਰਦੇ ਆ ਬੱਚੇ, ਇਹਨੂੰ ਹੁਣ ਪਰਸਨਲ ਪਰਸਪੈਕਟਿਵ ਦੇ ਤੌਰ ਤੇ ਦੇਖਦੇ ਆ। ਉਹ ਚੀਜ਼ ਤੁਸੀਂ ਬਿਲਕੁਲ ਨਹੀਂ ਕਰਨੀ। ਜੋ ਚੀਜ਼ ਹੈ ਉਹਨੂੰ ਲਿਖ ਕੇ, ਉਹਦੀ ਜਰਨਲ ਲਾਈਨ ਦੇ ਕੇ, ਠੀਕ ਹੈ ਜੀ, ਉਹਨੂੰ ਪੈਰਾਫਰੇਜ਼ ਕਰਕੇ ਥੀਸਿਸ ਲਾਈਨ ਲਿਖ ਕੇ BP1 ਦੇ ਵਿੱਚ ਕੀ ਆਊਗਾ ਇਹਨੂੰ ਵੀ ਤੁਸੀਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ, ਡਿਪੈਂਡ ਕਰਦਾ 80-10 ਵੀ ਹੋ ਸਕਦਾ, 80 ਸੌਰੀ 20 ਲਿਖ ਸਕਦੇ ਹੋ, ਐਂਡ 90-10 ਵੀ ਹੋ ਸਕਦਾ ਹੈ, 70-30 ਵੀ ਹੋ ਸਕਦਾ ਹੈ। ਇਟ ਡਿਪੈਂਡਸ ਅਪੋਨ ਯੋਰ ਲੈਵਲ ਆਫ ਐਕਸਪਲੇਨਿੰਗ ਆਲ ਦੋਸ ਥਿੰਗਸ। ਤੁਸੀਂ ਆਪਣੇ ਆਈਡੀਆਜ਼ ਨੂੰ ਕਿਵੇਂ ਐਕਸਪਲੇਨ ਕਰਨਾ ਐਂਡ ਆਈਡੀਆਜ਼ ਨੂੰ ਜਿਹੜਾ ਕਿ ਕਿੱਦਾਂ ਜਨਰੇਟ ਕਰਨਾ। ਠੀਕ ਹੈ ਜੀ, ਅੱਜ ਅਸੀਂ ਡਿਸਕਸ ਕੀਤਾ 5 ਤਰ੍ਹਾਂ ਦੇ ਐਸੇ ਜਿਹੜੇ ਕਿ ਪਾਸ ਰਾਈਟਿੰਗ ਮੋਡਿਊਲ ਦੇ ਵਿੱਚ ਜਿਹੜੇ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੇ ਆ। ਟਾਈਪ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਆ। ਟਾਈਪ ਦੇ ਅਕੋਰਡਿੰਗ ਹੀ ਆਪਾਂ ਇਸ ਦੇ ਵਿੱਚ ਕੁਝ ਐਦਾਂ ਦੀ ਪਾਰਟੀਕੂਲਰ ਵੋਕੈਬਲਰੀ ਐਡ ਕਰ ਸਕਦੇ ਹਾਂ। ਦੇਖੋ ਪ੍ਰੋਬਲਮ ਸੋਲੂਸ਼ਨ ਦੀ ਅਲੱਗ ਹੈ, ਆਰਗੂਮੈਂਟੇਟਿਵ ਦੀ ਅਲੱਗ ਹੈ ਡੈਫੀਨੇਟਲੀ। ਠੀਕ ਹੈ ਜੀ, ਉਹਨਾਂ ਦੇ ਕਨਕਲੂਜਨ ਆਪਾਂ ਕਿਵੇਂ ਹੋਰ ਰਾਈਟ ਕਰਦੇ ਹਾਂ। ਠੀਕ ਹੈ, ਐਂਡ ਦੂਸਰੇ ਐਸਿਆਂ ਦੇ ਜਿਹੜੇ ਕਿ ਕਨਕਲੂਜਨਸ ਹੋ ਗਏ, ਸਟਾਰਟਿੰਗਸ ਹੋ ਗਈਆਂ, ਜਰਨਲ ਲਾਈਨਸ ਹੋ ਗਈਆਂ, ਕੁਝ ਇਦਾਂ ਦੇ ਸਟਾਰਟਰਸ ਹੋ ਗਏ, ਉਹ ਆਪਾਂ ਈਚ ਐਂਡ ਐਵਰੀ ਐਸੇ ਦੇ ਲਈ ਥਿੰਗਸ ਦਾ ਜਿਹੜੀਆਂ ਉਹ ਵੇਰੀ ਕਰਦੀਆਂ। ਠੀਕ ਹੈ ਜੀ, ਮਿਕਸ ਅਪ ਚੀਜ਼ਾਂ ਨੂੰ ਨਹੀਂ ਕਰਨਾ, ਤਾਂ ਹੀ ਬੱਚਿਆਂ ਨੂੰ ਇਹ ਚੀਜ਼ ਬਾਰੇ ਸਮਝ ਨਹੀਂ ਆਉਂਦੀ। ਠੀਕ ਹੈ, ਮੈਂ ਜਲਦੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਹਨਾਂ ਦੇ ਹੋਰ ਤੁਹਾਡੇ ਡੂ ਐਂਡ ਡੋਂਟਸ ਜਿਹੜੇ ਕਿ ਉਹ ਲੈ ਕੇ ਆਉਂਗੀ ਕਿ ਕਿੱਦਾਂ ਤੁਸੀਂ ਲਿਖ ਸਕਦੇ ਹੋ, ਕਿੱਦਾਂ ਹੋਰ ਵੀ ਅੱਛੀਆਂ ਵਾਲੀਆਂ ਥੀਸਿਸ ਲਾਈਨ ਹੋ ਗਈਆਂ, ਤੁਸੀਂ ਉਹ ਚੀਜ਼ਾਂ ਨੂੰ ਕਿਵੇਂ ਐਕਸਪਲੇਨ ਕਰ ਸਕਦੇ ਹੋ। ਠੀਕ ਹੈ ਜੀ, ਦਿਸ ਇਜ਼ ਆਲ ਅਬਾਊਟ ਟੂਡੇ। ਥੈਂਕ ਯੂ ਸੋ ਮਚ।